हेलो फ्रेंड्स, दिस इज़ हरविंदर सिंह एंड वेलकम टू द यूट्यूब चैनल सपोर्ट फॉर एजुकेशन। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 11th ਇੰਗਲਿਸ਼ ਦਾ ਚੈਪਟਰ ਜਿਸ ਦਾ ਨਾਮ ਹੈ ਦ ਮਾਡਲ ਮਿਲੀਅਨੇਅਰ, ਜਿਸ ਦੇ ਰਾਈਟਰ ਹਨ ਆਸਕਰ ਵਾਈਲਡ ਜੀ। ਦੋਸਤੋ ਧਿਆਨ ਰੱਖੋ ਕਿ ਇੱਕ ਐਕਸਪਲੇਨੇਸ਼ਨ ਐਂਡ ਸਮਰੀ ਵੀਡੀਓ ਹੈ ਜਿਸ ਵਿੱਚ ਅਸੀਂ ਇਸ ਚੈਪਟਰ ਦੀ ਐਕਸਪਲੇਨੇਸ਼ਨ ਐਂਡ ਸਮਰੀ ਨੂੰ ਕਵਰ ਕੀਤਾ। ਪਰ ਜੇ ਆਪ ਸਾਰਿਆਂ ਨੇ ਸਾਡੇ ਨਾਲ ਇਸ ਚੈਪਟਰ ਦੇ ਸ਼ਾਰਟ ਅਤੇ ਲੌਂਗ ਕੁਐਸਚਨ ਆਨਸਰਸ ਕਰਨੇ ਹਨ ਤਾਂ ਅਸੀਂ ਉਹਨਾਂ ਦੀਆਂ ਅਲੱਗ ਤੋਂ ਵੀਡੀਓਜ਼ ਬਣਾਈਆਂ ਹਨ ਜਿਨ੍ਹਾਂ ਦੇ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਗਏ ਹਨ। ਅਤੇ ਪਾਠ ਦੀ ਪੂਰੀ ਤਰ੍ਹਾਂ ਤਿਆਰੀ ਲਈ ਆਪ ਸਾਰੇ ਵਿਦਿਆਰਥੀ ਉਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖੋ। ਤੇ ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਆਓ ਸ਼ੁਰੂ ਕਰਦੇ ਹਾਂ। ਦੋਸਤੋ ਸਭ ਤੋਂ ਪਹਿਲਾਂ ਸਾਨੂੰ ਇਸ ਚੈਪਟਰ ਦਾ ਟਾਈਟਲ ਦਾ ਅਰਥ ਪਤਾ ਹੋਣਾ ਚਾਹੀਦਾ, ਦ ਮਾਡਲ ਮਿਲੀਅਨੇਅਰ। ਤੇ ਇਸ ਦਾ ਕੀ ਅਰਥ ਹੈ? ਇਸ ਦਾ ਅਰਥ ਹੈ ਕਿ ਇੱਕ ਬੰਦਾ ਜੋ ਕਿ ਮਿਲੀਅਨੇਅਰ ਹੈ ਤੇ ਉਹ ਬਾਕੀਆਂ ਵਾਸਤੇ ਰੋਲ ਮਾਡਲ ਹੈ ਤੇ ਉਸ ਨੂੰ ਦ ਮਾਡਲ ਮਿਲੀਅਨੇਅਰ ਹੈ ਕਿਹਾ ਜਾਂਦਾ। ਤੇ ਇਸ ਕਹਾਣੀ ਵਿੱਚ ਕੌਣ ਬੰਦਾ ਜੋ ਕਿ ਮਿਲੀਅਨੇਅਰ ਹੈ ਤੇ ਉਸਨੇ ਅਜਿਹਾ ਕੀ ਕੰਮ ਕੀਤਾ ਕਿ ਉਹ ਬਾਕੀਆਂ ਲਈ ਰੋਲ ਮਾਡਲ ਬਣਿਆ, ਉਹ ਅਸੀਂ ਇਸ ਕਹਾਣੀ ਵਿੱਚ ਦੇਖਾਂਗੇ। ਤੇ ਜਦੋਂ ਕਹਾਣੀ ਸ਼ੁਰੂ ਹੁੰਦੀ ਹੈ ਤਾਂ ਅਸੀਂ ਗੱਲ ਕਰਦੇ ਹਾਂ ਇੱਕ ਬੰਦੇ ਦੀ ਜਿਸ ਦਾ ਨਾਂ ਹੈ ਹੁਈ ਅਰਸਕੀਨ। ਤੇ ਉਹ ਬਹੁਤ ਜ਼ਿਆਦਾ ਗੁੱਡ ਲੁਕਿੰਗ ਹੈ। ਉਸਦੇ ਕ੍ਰਿਸਪ ਬਰਾਊਨ ਹੇਅਰ ਹੈਗੇ ਹਨ, ਕਲੀਅਰ ਕੱਟ ਸਟ੍ਰੇਟ ਫਾਰਵਰਡ ਉਸਦੀ ਪ੍ਰੋਫਾਈਲ ਹੈ, ਉਸਦੀ ਗ੍ਰੇ ਅੱਖਾਂ ਹਨ ਤੇ ਮੈਨ ਅਤੇ ਵੂਮਨ ਦੋਹਾਂ ਵਿੱਚੋਂ ਬਹੁਤ ਪਪੂਲਰ ਹੈ। ਬਟ ਉਸ ਕੋਲ ਨਾ ਇੱਕ ਕਲਾ ਨਹੀਂ ਹੈ, ਇਟ ਡਿਡ ਨਾਟ ਹੈਵ ਦਾ ਆਰਟ ਆਫ ਮੇਕਿੰਗ ਮਨੀ। ਉਸਨੂੰ ਇਹ ਨਹੀਂ ਪਤਾ ਵੀ ਪੈਸੇ ਕਿਸ ਤਰ੍ਹਾਂ ਕਮਾਏ ਜਾਂਦੇ ਹਨ। ਤੇ ਉਸਦੇ ਪਿਤਾ ਜੀ ਉਸਦੇ ਵਾਸਤੇ ਕੀ ਛੱਡ ਗਏ। ਉਸਦੇ ਪਿਤਾ ਜੀ ਉਸਦੇ ਵਾਸਤੇ ਕੈਵਰਲੀ ਸੌਰਡ, ਉਹ ਤਲਵਾਰ ਜੋ ਘੁੜਸਵਾਰ ਲੜਾਈ ਵਿੱਚ ਯੂਜ਼ ਕਰਦੇ ਹਨ, ਅਤੇ ਹਿਸਟਰੀ ਆਫ ਪੈਨਿਨਸੂਲਾ ਵਾਰਸ ਦੀ 15 ਬੁੱਕਸ ਉਹ ਛੱਡ ਗਏ ਹਨ। ਤੇ ਹੁਈ ਨੇ ਕੀ ਕੀਤਾ? ਹੁਈ ਨੇ ਤਲਵਾਰ ਸ਼ੀਸ਼ੇ ਦੇ ਉੱਪਰ ਟੰਗਤੀ ਤੇ ਜਿਹੜੀ ਸ਼ੈਲਫ ਵਿੱਚ ਗਾਈਡ ਤੇ ਮੈਗਜ਼ੀਨ ਦੇ ਵਿਚਕਾਰ ਉਹ 15 ਕਿਤਾਬਾਂ ਪਈਆਂ ਸਨ। ਤੇ ਉਸਨੇ ਕਈ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਉਸਨੇ ਸਟਾਕ ਐਕਸਚੇਂਜ ਵਿੱਚ ਕੰਮ ਕੀਤਾ, ਬਟ ਬੁਲਸ ਤੇ ਬੀਅਰਸ ਦੇ ਵਿਚਕਾਰ ਉਹ ਬਟਰਫਲਾਈ ਸੀ। ਬੁਲਸ ਹੁੰਦੇ ਨੇ ਜੋ ਮਾਰਕੀਟ ਉੱਪਰ ਜਾਣ ਦੀ ਵੇਟ ਕਰਦੇ ਨੇ ਤੇ ਬੀਅਰ ਹੁੰਦੇ ਨੇ ਜੋ ਕਿ ਮਾਰਕੀਟ ਹੇਠਾਂ ਡਿੱਗਣ ਦੀ, ਸਟਾਕ ਮਾਰਕੀਟ ਥੱਲੇ ਜਾਣ ਦੀ, ਮਾਰਕੀਟ ਕ੍ਰੈਸ਼ ਕਰਨ ਦੀ ਵੇਟ ਕਰਦੇ ਨੇ। ਤੇ ਉਹਨਾਂ ਦੇ ਵਿਚਕਾਰ ਉਹ ਬਟਰਫਲਾਈ ਸੀ ਤੇ ਬਹੁਤ ਹੀ ਛੋਟਾ ਉਹ ਟਰੇਡਰ ਸੀ। ਤੇ ਉਹ ਕੁਝ ਸਮੇਂ ਤੱਕ ਉਸਨੇ ਟੀ ਮਰਚੈਂਟ ਦਾ ਵੀ ਕੰਮ ਕੀਤਾ ਤੇ ਉਸ ਤੋਂ ਬਾਅਦ ਉਸਨੇ ਡਰਾਈ ਸ਼ੈਰੀ ਹੁੰਦਾ ਯੈਲੋ ਬਰਾਊਨ ਸਪੈਨਿਸ਼ ਵਾਈਨ, ਉਹ ਵੀ ਵੇਚਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕਿਆ। ਤੇ ਉਹ ਗੁਜ਼ਾਰਾ ਕਿਸ ਤਰ੍ਹਾਂ ਕਰਦਾ ਸੀ? ਤੇ ਉਸਦੀ ਆਂਟੀ ਉਸਨੂੰ 200 ਪਾਉਂਡ ਇੱਕ ਸਾਲ ਵਿੱਚ ਭੇਜਦੇ ਸਨ ਤੇ ਉਹ 200 ਪਾਉਂਡ ਨਾਲ ਹੀ ਪੂਰਾ ਸਾਲ ਉਹ ਗੁਜ਼ਾਰਾ ਕਰਦਾ ਸੀ। ਤੇ ਉਹ ਡਿਲਾਈਟਫੁਲ, ਖੁਸ਼ ਰਹਿਣ ਵਾਲਾ, ਇਨਐਫੈਕਚੁਅਲ, ਬੇਅਸਰ ਬੰਦਾ ਸੀ ਵਿਦ ਪਰਫੈਕਟ ਪ੍ਰੋਫਾਈਲ। ਕਿ ਉਹ ਬਹੁਤ ਹੀ ਮੀਨਸ ਕਿ ਬਹੁਤ ਜ਼ਿਆਦਾ ਹੈਂਡਸਮ ਸੀ, ਇਸ ਕਰਕੇ ਕਿਹਾ ਗਿਆ ਕਿ ਵਿਦ ਪਰਫੈਕਟ ਪ੍ਰੋਫਾਈਲ ਐਂਡ ਨੋ ਪ੍ਰੋਫੈਸ਼ਨ। ਪਰ ਉਹ ਕੋਈ ਕੰਮ ਕਾਰ ਨਹੀਂ ਸੀ ਕਰ ਸਕਦਾ। ਤੇ ਉਹ ਇੱਕ ਲੌਰਾ ਨਾਂ ਦੀ ਕੁੜੀ ਨੂੰ ਪਿਆਰ ਕਰਦਾ ਸੀ ਜੋ ਕਿ ਕਰਨਲ ਦੀ ਧੀ ਸੀ। ਤੇ ਇਸ ਤੋਂ ਬਾਅਦ ਕਰਨਲ ਦੇ ਬਾਰੇ ਕਿਹਾ ਗਿਆ ਕਿ ਕਰਨਲ ਹੈਡ ਲੋਸਟ ਹਿਸ ਟੈਂਪਰ ਐਂਡ ਹਿਸ ਡਾਈਜੈਸ਼ਨ ਇਨ ਇੰਡੀਆ ਐਂਡ ਹੈਡ ਨੈਵਰ ਫਾਊਂਡ ਈਦਰ ਆਫ ਦੈਮ ਅਗੇਨ। ਤੇ ਹੋ ਸਕਦਾ ਕਿ ਕਰਨਲ ਦੀ ਪੋਸਟਿੰਗ ਇੰਡੀਆ ਵਿੱਚ, ਭਾਰਤ ਵਿੱਚ ਹੋਈ ਹੋਵੇ ਤੇ ਉਸ ਤੋਂ ਬਾਅਦ ਉਸਨੂੰ ਕਾਫੀ ਗੁੱਸਾ ਆਉਣ ਲੱਗ ਪਿਆ ਤੇ ਉਹ ਆਪਣਾ ਹਾਜ਼ਮ, ਆਪਣੀ ਡਾਈਜੈਸ਼ਨ ਵੀ ਗਵਾ ਬੈਠਾ ਤੇ ਕਦੇ ਉਹਨੂੰ ਮੀਨਸ ਕਿ ਕਦੇ ਉਹਨਾਂ 'ਤੇ ਕੰਟਰੋਲ ਨਾ ਕਰ ਪਾਇਆ। ਤੇ ਲੌਰਾ ਤੇ ਜਿਹੜਾ ਹੁਈ ਹੈ ਉਹ ਲੰਡਨ ਦਾ ਹੈਂਡਸਮੈਸਟ ਵੀ ਸਭ ਤੋਂ ਸੋਹਣਾ ਕਪਲ ਹੈ, ਪਰ ਉਹਨਾਂ ਕੋਲ ਹੈ ਪੈਸੇ ਨਹੀਂ ਹੈਗੇ। ਤੇ ਕਰਨਲ ਨੇ ਨਾ ਇੱਕ ਸ਼ਰਤ ਰੱਖੀ ਵਿਆਹ ਵਾਸਤੇ। ਕੀ ਸ਼ਰਤ ਰੱਖੀ? ਕਿ ਜਦੋਂ ਤੇਰੇ ਕੋਲ 10,000 ਪਾਉਂਡ ਹੋਣਗੇ ਆਪਣੇ, ਉਦੋਂ ਹੀ ਅਸੀਂ ਵਿਆਹ ਵਾਸਤੇ ਦੇਖਾਂਗੇ। ਤੇ ਉਹਨੇ ਸ਼ਰਤ ਰੱਖਦੀ ਹੁਈ ਦੇ ਅੱਗੇ ਕਿ ਤੇਰੇ ਕੋਲ 10,000 ਪਾਉਂਡ ਆਪਣੇ ਹੋਣੇ ਚਾਹੀਦੇ ਹਨ ਤਾਂ ਹੀ ਅਸੀਂ ਅੱਗੇ ਵਿਆਹ ਦੀ ਗੱਲ ਹੈ ਉਹ ਵਧਾਵਾਂਗੇ। ਤੇ ਇੱਕ ਦਿਨ ਕੀ ਹੋਇਆ ਕਿ ਹੁਈ ਆਪਣੇ ਦੋਸਤ ਐਲਨ ਟਰੈਵਰ ਨੂੰ ਮਿਲਣ ਗਿਆ ਤੇ ਐਲਨ ਟਰੈਵਰ ਦੇ ਬਾਰੇ ਦੱਸਿਆ ਗਿਆ ਕਿ ਉਹ ਇੱਕ ਪੇਂਟਰ ਹੈ, ਪੇਂਟਿੰਗਸ ਬਣਾਉਂਦਾ। ਤੇ ਉਹ ਇੱਕ ਸਟ੍ਰੇਂਜ ਰਫ ਫੈਲੋ ਸੀ, ਮੀਨਸ ਕਿ ਉਸਦਾ ਜਿਹੜਾ ਫੇਸ ਹੈ ਫਰੈਕਲਡ ਸੀ, ਮੀਨਸ ਕਿ ਚਿਹਰੇ ਉੱਤੇ ਝੁਰੀਆਂ ਸਨ, ਕੋਈ ਜ਼ਿਆਦਾ ਵਧੀਆ ਉਸਦੀ ਪਰਸਨੈਲਿਟੀ ਨਹੀਂ ਸੀ। ਤੇ ਉਹਦੀ ਰੈੱਡ ਅਤੇ ਰੈਗਡ ਬੀਅਰ ਸੀ, ਵੀ ਦਾੜੀ ਵੀ ਉਸਦੀ ਖਿਲੜੀ ਰਹਿੰਦੀ ਸੀ, ਪਰ ਬ੍ਰਸ਼ ਨਾਲੋਂ ਰੀਅਲ ਮਾਸਟਰ ਸੀ, ਪੇਂਟਿੰਗਸ ਬਹੁਤ ਵਧੀਆ ਬਣਾਉਂਦਾ ਸੀ। ਤੇ ਉਹ ਹੁਈ ਦੇ ਪਰਸਨਲ ਚਾਰਮ ਕਰਕੇ, ਹੁਈ ਦੀ ਪਰਸਨੈਲਿਟੀ ਕਰਕੇ ਉਸ ਤੋਂ ਬਹੁਤ ਜ਼ਿਆਦਾ ਇੰਸਪਾਇਰ ਸੀ, ਅਟਰੈਕਟਿਡ ਸੀ। ਤੇ ਜਦੋਂ ਉਸਨੂੰ ਹੁਈ ਦੇ ਜੈਨਰਸ ਨੇਚਰ ਅਤੇ ਰੈਕਲੈਸ ਨੇਚਰ, ਜੈਨਰਸ ਨੇਚਰ ਮਤਲਬ ਕਿ ਦਇਆਵਾਨ, ਵੀ ਹੁਈ ਦੇ ਮਨ ਵਿੱਚ ਦਇਆ ਭਾਵਨਾ ਹੈ, ਤੇ ਰੈਕਲੈਸ ਨੇਚਰ ਕਿ ਉਹ ਬੇਪਰਵਾਹ ਤੇ ਮੌਜੀ ਸੁਭਾਅ ਵਾਲਾ ਬੰਦਾ, ਉਸ ਬਾਰੇ ਪਤਾ ਲੱਗਿਆ ਤਾਂ ਉਸਨੇ ਹੁਈ ਨੂੰ ਆਪਣੇ ਸਟੂਡੀਓ ਵਿੱਚ ਪਰਮਾਨੈਂਟ ਐਂਟਰੀ ਦੇ ਦਿੱਤੀ ਵੀ ਜਦੋਂ ਤੇਰਾ ਮਨ ਕਰੇ ਮੇਰੇ ਸਟੂਡੀਓ ਵਿੱਚ ਆ ਜਾਇਆ ਕਰ। ਤੇ ਜਦੋਂ ਹੁਣ ਹੁਈ ਟਰੈਵਰ ਨੂੰ ਮਿਲਣ ਉਸਦੇ ਸਟੂਡੀਓ ਗਿਆ ਤਾਂ ਟਰੈਵਰ ਇੱਕ ਬੈਗਰ ਮੈਨ ਦੀ ਪੇਂਟਿੰਗ ਨੂੰ ਫਾਈਨਲ ਟੱਚ ਉਹ ਦੇ ਰਿਹਾ ਸੀ ਤੇ ਇੱਕ ਪੇਂਟਿੰਗ ਬਣਾ ਰਿਹਾ ਸੀ। ਤੇ ਬੈਗਰ ਉਸੇ ਥਾਂ ਇੱਕ ਉਚਾਈ ਤੇ ਇੱਕ ਪਲੇਟਫਾਰਮ ਤੇ ਉੱਚੀ ਥਾਂ ਤੇ ਬੈਗਰ ਖੜਾ ਸੀ। ਤੇ ਹੁਣ ਬੈਗਰ ਦੇ ਬਾਰੇ ਦੱਸਿਆ ਗਿਆ ਕਿ ਉਸਦੇ ਮੋਢੇ ਤੇ ਬਰਾਊਨ ਜਿਹਾ ਚੋਲਾ ਲਟਕ ਰਿਹਾ ਸੀ, ਉਸਦੇ ਫਟੇ ਪੁਰਾਣੇ ਕੱਪੜੇ ਸਨ ਤੇ ਉਸਦੇ ਬੂਟ ਵੀ ਫਟੇ ਹੋਏ ਸਨ ਅਤੇ ਬੂਟਾਂ ਵਿੱਚ ਉਸਦੇ ਪੈਚਿਸ ਲੱਗੇ ਹੋਏ ਸਨ। ਤੇ ਬੈਗਰ ਦੇ ਇੱਕ ਹੱਥ ਵਿੱਚ ਪੁਰਾਣੀ ਜੀ ਸੋਟੀ ਹੁੰਦੀ ਹੈ ਤੇ ਦੂਜੇ ਹੱਥ ਵਿੱਚ ਉਸਨੇ ਫਟੇ ਹੋਈ ਹੈਟ ਨੂੰ ਫੜਿਆ ਹੁੰਦਾ ਤੇ ਜਿਸਨੇ ਉਸਨੂੰ ਭੀਖ ਮੰਗਣ ਲਈ ਅੱਗੇ ਵਧਾਇਆ ਹੋਇਆ ਸੀ। ਤੇ ਇਸ ਪੋਜ਼ ਵਿੱਚ ਉਹ ਆਪਣੀ ਪੇਂਟਿੰਗ ਹੈ ਬਣਵਾ ਰਿਹਾ ਸੀ। ਤੇ ਹੁਈ ਫਿਰ ਟਰੈਵਰ ਨਾਲ ਗੱਲਾਂ ਕਰਦਾ ਕਿ ਕਿੰਨਾ ਵਧੀਆ ਮਾਡਲ ਹੈ, ਕਿਉਂਕਿ ਉਹ ਮਾਡਲਿੰਗ ਕਰ ਰਿਹਾ ਜਿਸ ਦਾ ਅਰਥ ਹੈ ਕਿ ਉਹ ਖੜਾ ਹੋ ਕੇ ਆਪਣੀ ਪੇਂਟਿੰਗ ਬਣਵਾ ਰਿਹਾ, ਕਿੰਨਾ ਵਧੀਆ ਬੈਗਰ ਹੈ। ਤੇ ਹੁਈ ਪੁੱਛਦਾ
ਕਿ ਇਸ ਮਾਡਲ ਨੂੰ ਕਿੰਨੇ ਪੈਸੇ ਮਿਲਦੇ ਹਨ। ਤੇ ਟਰੈਵਰ ਕਹਿੰਦਾ 1 ਘੰਟੇ ਦਾ 1 ਸ਼ਿਲਿੰਗ ਮਿਲਦਾ। ਜਿਵੇਂ ਰੁਪਏ ਤੋਂ ਘੱਟ ਪੈਸੇ ਹੁੰਦੇ ਨੇ ਉਸੇ ਤਰ੍ਹਾਂ ਪਾਉਂਡ ਤੋਂ ਘੱਟ ਹੁੰਦਾ ਸ਼ਿਲਿੰਗ। ਤੇ ਹੋਈ ਪੁੱਛਦਾ ਵੀ ਤੈਨੂੰ ਕਿੰਨੇ ਪੈਸੇ ਮਿਲਣੇ ਨੇ। ਤੇ ਟਰੈਵਰ ਕਹਿੰਦਾ 2000 ਗਿਨੀਜ਼। 2000 ਗਿਨੀਜ਼ ਦਾ ਅਰਥ ਹੋ ਗਿਆ ਵੀ 2100 ਪਾਉਂਡ ਮੈਨੂੰ ਮਿਲੂਗਾ। ਇੱਕ ਗਿਨੀ ਹੁੰਦਾ 1.05 ਪਾਉਂਡ ਜੋ ਕਿ ਪ੍ਰੋਫੈਸ਼ਨਲਸ ਨੂੰ ਦਿੱਤਾ ਜਾਂਦਾ। ਫਿਰ ਟਰੈਵਰ ਹੈ ਫਰੇਮ ਮੇਕਰ ਨੂੰ ਮਿਲਣ ਚਲੇ ਜਾਂਦਾ ਥੋੜੀ ਦੇਰ ਬਾਹਰ। ਤੇ ਜਿਹੜਾ ਓਲਡ ਮੈਨ ਹੈ ਉਸਨੂੰ ਰੈਸਟ ਕਰਨ ਦਾ ਥੋੜਾ ਜਿਹਾ ਮੌਕਾ ਮਿਲ ਜਾਂਦਾ ਤੇ ਉਹ ਟੇਬਲ ਤੇ ਬਹਿ ਜਾਂਦਾ। ਹੋਈ ਨੂੰ ਉਸ ਤੇ ਤਰਸ ਆ ਜਾਂਦਾ ਤੇ ਉਸਨੂੰ ਇੱਕ ਸੋਵਰਨ ਜੋ ਕਿ 1 ਪਾਉਂਡ ਦਾ ਸਿੱਕਾ ਹੁੰਦਾ ਉਸ ਵਿੱਚ ਕੁਝ ਕੁਆਂਟੀਟੀ ਆਫ ਪਿਓਰ ਗੋਲਡ ਹੁੰਦੀ ਉਹ ਦੇ ਦਿੰਦਾ ਤੇ ਉਹ ਆਪਣਾ ਸੋਵਰਨ ਬੈਗਰ ਨੂੰ ਦੇ ਦਿੰਦਾ। ਵੈਸੇ ਉਸ ਸੋਵਰਨ ਦਾ ਉਸ 1 ਪਾਉਂਡ ਦਾ ਉਸਨੇ ਯੂਜ਼ ਦੋ ਹਫ਼ਤਿਆਂ ਵਾਸਤੇ ਹੈਂਡਸਮ ਘੋੜੇ ਵਾਲੀ ਕੈਬ ਬੁੱਕ ਕਰਨ ਲਈ ਉਸਨੇ ਯੂਜ਼ ਕਰਨਾ ਸੀਗਾ, ਬਟ ਉਸਨੂੰ ਉਸ 'ਤੇ ਤਰਸ ਆ ਗਿਆ ਬੈਗਰ ਤੇ ਉਸਨੇ ਆਪਣਾ ਇੱਕ ਸੋਵਰਨ ਹੈ ਬੈਗਰ ਨੂੰ ਦੇ ਦਿੱਤਾ। ਤੇ ਓਲਡ ਮੈਨ ਉਸਨੂੰ ਥੈਂਕ ਯੂ ਕਹਿੰਦਾ ਤੇ ਹੋਈ ਉਸ ਤੋਂ ਬਾਅਦ ਚਲਾ ਜਾਂਦਾ। ਤੇ ਹੋਈ ਇਹ ਗੱਲ ਸਾਰੀ ਆਪਣੀ ਗਰਲਫਰੈਂਡ ਲੋਰਾ ਨੂੰ ਦੱਸਦਾ ਤੇ ਲੋਰਾ ਉਸਨੂੰ ਚਾਰਮਿੰਗ ਸਕੋਲਡਿੰਗ ਦਿੰਦੀ ਹੈ। ਤੇ ਚਾਰਮਿੰਗ ਸਕੋਲਡਿੰਗ ਮੀਨਸ ਕਿ ਉਸ 'ਤੇ ਗੁੱਸਾ ਹੁੰਦੀ ਹੈ। ਤੇ ਸਕੋਲਡਿੰਗ ਨੂੰ ਚਾਰਮਿੰਗ ਕਿਉਂ ਕਿਹਾ ਗਿਆ? ਤੇ ਚਾਰਮਿੰਗ ਇਸ ਕਰਕੇ ਕਿਹਾ ਗਿਆ ਕਿ ਉਸਨੂੰ ਜਿਹੜੀ ਸਕੋਲਡਿੰਗ ਹੈ ਜਿਹੜਾ ਉਸਨੂੰ ਝਿੜਕਿਆ ਹੈ ਉਸਦੀ ਗਰਲਫਰੈਂਡ ਨੇ ਝਿੜਕਿਆ, ਇਸ ਕਰਕੇ ਉਸ ਸਕੋਲਡਿੰਗ ਨੂੰ ਚਾਰਮਿੰਗ ਕਿਹਾ ਗਿਆ। ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਰਾਤੀ ਐਲਨ ਟਰੈਵਰ ਹੈ ਹੋਈ ਨੂੰ ਕਲੱਬ ਵਿੱਚ ਮਿਲਦਾ ਤੇ ਦੱਸਦਾ ਕਿ ਓਲਡ ਮੈਨ ਤੇ ਤੇਰਾ ਭਗਤ ਹੀ ਬਣ ਗਿਆ। ਤੇ ਜਿਹੜਾ ਓਲਡ ਮੈਨ ਬੈਗਰ ਸੀਗਾ ਤੇ ਉਹ ਹੋਈ ਦਾ ਭਗਤ ਹੀ ਬਣ ਜਾਂਦਾ। ਤੇ ਉਹ ਕਹਿੰਦਾ ਟਰੈਵਰ ਕਿ ਉਸਨੇ ਤੇਰੇ ਬਾਰੇ ਸਭ ਕੁਝ ਜਾਣਨਾ ਚਾਹੁੰਦਾ ਸੀ। ਤੇ ਹੋਈ ਪੁੱਛਦਾ ਕਿ ਤੂੰ ਉਸਨੂੰ ਮੇਰੇ ਬਾਰੇ ਸਭ ਕੁਝ ਦੱਸਤਾ? ਤੇ ਉਹ ਕਹਿੰਦਾ ਹਾਂ ਮੈਂ ਤੇਰੇ ਬਾਰੇ ਸਭ ਕੁਝ ਦੱਸਤਾ, ਲੋਰਾ ਦੇ ਬਾਰੇ ਦੱਸਤਾ ਤੇ ਉਸਦੇ ਪਿਤਾ ਦੀ 10,000 ਪਾਉਂਡ ਦੀ ਸ਼ਰਤ ਬਾਰੇ ਵੀ ਦੱਸਤਾ। ਤੇ ਹੋਈ ਕਹਿੰਦਾ ਹਾਊ ਕੁਡ ਯੂ ਵੀ ਤੂੰ ਮੇਰੇ ਬਾਰੇ ਕਿਸ ਤਰ੍ਹਾਂ ਕਹਿ ਸਕਦਾ? ਤੇ ਟਰੈਵਰ ਕਹਿੰਦਾ ਕਿ ਜਿਸ ਨੂੰ ਤੂੰ ਓਲਡ ਬੈਗਰ ਕਹਿ ਰਿਹਾ ਉਹ ਇੰਗਲੈਂਡ ਦੇ ਰਿਚੈਸਟ ਮੈਨ ਵਿੱਚੋਂ ਇੱਕ ਹੈ, ਇੰਗਲੈਂਡ ਦੇ ਸਭ ਤੋਂ ਅਮੀਰ ਬੰਦਿਆਂ ਵਿੱਚੋਂ ਇੱਕ ਹੈ ਤੇ ਉਹ ਚਾਹੇ ਤੇ ਪੂਰਾ ਲੰਡਨ ਹੀ ਖਰੀਦ ਸਕਦਾ ਹੈ। ਤੇ ਉਸਦਾ ਨਾਂ ਹੈ ਬੈਰਨ ਹੌਸਬਰਗ ਤੇ ਉਹ ਮੇਰਾ ਫਰੈਂਡ ਹੈ ਤੇ ਉਹ ਮੇਰੇ ਤੋਂ ਹੀ ਪੇਂਟਿੰਗਸ ਲੈਂਦਾ। ਤੇ ਹੋਈ ਨੂੰ ਬਹੁਤ ਜ਼ਿਆਦਾ ਸ਼ਰਮ ਮਹਿਸੂਸ ਹੁੰਦੀ ਹੈ ਕਿ ਇੱਕ ਬਹੁਤ ਹੀ ਅਮੀਰ ਬੰਦੇ ਨੂੰ ਉਹ 1 ਪਾਉਂਡ ਹੈ ਉਹ ਦੇ ਆਇਆ, ਇੱਕ ਸੋਵਰਨ ਦੇ ਆਇਆ। ਤੇ ਹੋਈ ਬਹੁਤ ਸ਼ਰਮ ਮਹਿਸੂਸ ਕਰਦਾ ਤੇ ਕਹਿੰਦਾ ਕਿ ਮੈਂ ਤਾਂ ਉਸਨੂੰ ਇੱਕ ਸੋਵਰਨ ਦੇ ਆਇਆ। ਤੇ ਅਗਲੇ ਦਿਨ ਕੀ ਹੁੰਦਾ? ਅਗਲੇ ਦਿਨ ਇੱਕ ਬਜ਼ੁਰਗ ਹੋਈ ਦੇ ਘਰ ਆਉਂਦਾ ਤੇ ਹੋਈ ਨੂੰ ਇੱਕ ਚਿੱਠੀ ਦਿੰਦਾ ਤੇ ਉਸ ਬਜ਼ੁਰਗ ਕਹਿੰਦਾ ਕਿ ਮੈਨੂੰ ਬੈਰਨ ਹੌਸਬਰਗ ਨੇ ਭੇਜਿਆ। ਤੇ ਹੋਈ ਕਹਿੰਦਾ ਕਿ ਮੇਰੀ ਸਿੰਸੀਅਰ ਅਪੋਲੋਜੀ ਉਹਨਾਂ ਨੂੰ ਆਫਰ ਕਰਨਾ ਕਿ ਮੈਂ ਆਪਣੇ ਕਿੱਤੇ ਲਈ ਬਹੁਤ ਸ਼ਰਮਿੰਦਾ ਹਾਂ, ਮੇਰੇ ਵੱਲੋਂ ਮਾਫੀ ਮੰਗ ਲੈਣਾ। ਤੇ ਹੁਣ ਚਿੱਠੀ ਤੇ ਐਨਵੈਲਪ ਵਿੱਚ ਕੀ ਲਿਖਿਆ ਹੁੰਦਾ? ਤੇ ਜਿਹੜੀ ਚਿੱਠੀ ਉਸ ਹੋਈ ਕੋਲ ਆਉਂਦੀ ਹੈ ਤੇ ਉਸ ਵਿੱਚ ਕੀ ਲਿਖਿਆ ਹੁੰਦਾ? ਉਸ ਵਿੱਚ ਲਿਖਿਆ ਹੁੰਦਾ ਵੈਡਿੰਗ ਪ੍ਰੈਜ਼ੈਂਟ ਟੂ ਹੋਈ ਆਰਸਕਿਨ ਐਂਡ ਲੋਰਾ ਮਰਟਨ ਫਰੋਮ ਐਨ ਓਲਡ ਬੈਗਰ। ਤੇ ਇੱਕ ਵੈਡਿੰਗ ਪ੍ਰੈਜ਼ੈਂਟ ਹੈ ਇੱਕ ਓਲਡ ਬੈਗਰ ਵੱਲੋਂ ਹੋਈ ਅਤੇ ਲੋਰਾ ਨੂੰ। ਤੇ ਉਹ ਐਨਵੈਲਪ ਦੇ ਅੰਦਰ ਦੇਖਦਾ ਕਿ ਐਨਵੈਲਪ ਦੇ ਅੰਦਰ 10,000 ਪਾਉਂਡ ਦਾ ਉਹ ਹੈ ਚੈੱਕ ਹੁੰਦਾ। ਤੇ ਹੁਣ ਕੀ ਹੁੰਦਾ ਕਿ ਉਹ ਜਿਹੜਾ ਬੈਰਨ ਹੌਸਬਰਗ ਜਿਹੜਾ ਮਿਲੀਅਨੇਅਰ ਹੈ ਉਸਨੇ ਹੋਈ ਦੇ ਵਿਆਹ ਦੇ ਲਈ 10,000 ਪਾਉਂਡ ਭੇਜੇ ਹਨ, ਕਿਉਂਕਿ ਲੋਰਾ ਦਾ ਫਾਦਰ ਜੋ ਕਿ ਕਰਨਲ ਉਸਨੇ ਪਹਿਲਾਂ ਸ਼ਰਤ ਰੱਖੀ ਸੀ ਵੀ ਜਦੋਂ ਤੱਕ ਤੇਰੇ ਕੋਲ 10,000 ਪਾਉਂਡ ਨਹੀਂ ਹੋਣੇ ਤਾਂ ਉਦੋਂ ਤੱਕ ਤੇਰਾ ਮੈਂ ਵਿਆਹ ਨਹੀਂ ਕਰਨਾ ਆਪਣੀ ਕੁੜੀ ਦੇ ਨਾਲ। ਤੇ ਇਸ ਕਰਕੇ ਉਸਨੇ 10,000 ਪਾਉਂਡ ਨੇ ਉਸਨੂੰ ਭੇਜੇ ਹਨ। ਤੇ ਹੁਣ ਜਦੋਂ ਵਿਆਹ ਹੋ ਰਿਹਾ ਹੁੰਦਾ ਹੋਈ ਤੇ ਲੋਰਾ ਦਾ ਤੇ ਐਲਨ ਟਰੈਵਰ ਉਹ ਬੈਸਟ ਮੈਨ ਹੁੰਦਾ। ਬੈਸਟ ਮੈਨ ਕੀ ਹੁੰਦਾ ਵੀ ਦੁੱਲੇ ਦਾ ਮਿੱਤਰ ਹੁੰਦਾ। ਅਤੇ ਜਿਹੜਾ ਬੈਰਨ ਹੌਸਬਰਗ ਹੈ ਜਿਹੜਾ ਮਿਲੀਅਨੇਅਰ ਹੁੰਦਾ ਉਹ ਵੈਡਿੰਗ ਬ੍ਰੇਕਫਾਸਟ ਤੇ ਇੱਕ ਸਪੀਚ ਹੈ ਇੱਕ ਲੈਕਚਰ ਹੈ ਉਹ ਦਿੰਦਾ ਹੈ। ਤੇ ਐਲਨ ਕਹਿੰਦਾ ਕਿ ਮਿਲੀਅਨੇਅਰ ਮਾਡਲਸ ਆਰ ਰੇਅਰ ਇਨਫ ਕਿ ਉਹ ਬੰਦਾ ਜੋ ਕਿ ਮਿਲੀਅਨੇਅਰ ਹੈ ਤੇ ਉਹ ਮਾਡਲਿੰਗ ਵੀ ਕਰਦਾ ਤੇ ਉਹ ਬਹੁਤ ਹੀ ਘੱਟ ਹੁੰਦੇ ਨੇ, ਬਟ ਮਾਡਲ ਮਿਲੀਅਨੇਅਰਸ ਆਰ ਰੇਅਰਰ ਸਟਿਲ ਕਿ ਇੱਕ ਬੰਦਾ ਜੋ ਕਿ ਇੱਕ ਮਿਲੀਅਨੇਅਰ ਹੈ ਤੇ ਬਾਕੀਆਂ ਲਈ ਉਹ ਰੋਲ ਮਾਡਲ ਹੋਣ ਉਹ ਹੋਰ ਵੀ ਜ਼ਿਆਦਾ ਰੇਅਰ ਹੁੰਦੇ ਨੇ। ਤੇ ਬੈਰਨ ਹੌਸਬਰਗ ਇੱਕ ਮਾਡਲ ਮਿਲੀਅਨੇਅਰ ਸੀ।